ਸਰਕਾਰੀ ਮਿਡਲ ਸਕੂਲ ਮਹੈਣ, ਬਲਾਕ ਸ਼੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਤੋਂ ਸਾਇੰਸ ਮਿਸਟਰੈਸ ਮੈਂ ਕੁਲਜਿੰਦਰ ਕੌਰ ਅੱਜ ਤੁਹਾਡੇ ਸਾਹਮਣੇ ਜਮਾਤ 9ਵੀਂ ਦਾ ਪਾਠ ਨੰਬਰ 3 ਅਣੂ ਅਤੇ ਪਰਮਾਣੂ ਲੈ ਕੇ ਆਈ ਹਾਂ। ਬੱਚਿਓ, ਮੈਨੂੰ ਆਸ ਹੈ ਕਿ ਤੁਸੀਂ ਇਸ ਸਾਰੇ ਪਾਠ ਵਿੱਚ ਜੋ ਵੀ ਤੁਹਾਨੂੰ ਮੈਂ ਮਹੱਤਵਪੂਰਨ ਜਾਣਕਾਰੀ ਦੇਵਾਂਗੀ ਉਸ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਸਮਝੋਗੇ ਅਤੇ ਬਹੁਤ ਚੰਗੀ ਤਰ੍ਹਾਂ ਸਮਝ ਕੇ ਉਸ ਨੂੰ ਯਾਦ ਰੱਖੋਗੇ। ਸੋ ਆਓ ਸ਼ੁਰੂ ਕਰਦੇ ਹਾਂ। ਅਣੂ ਅਤੇ ਪਰਮਾਣੂ। ਜੋ ਪੁਰਾਣੇ ਭਾਰਤੀ ਦਾਰਸ਼ਨਿਕ ਮਹਰਿਸ਼ੀ ਕਨੜ ਸੀ, ਉਹਨਾਂ ਨੇ ਇੱਕ ਨੁਕਤਾ ਦਿੱਤਾ ਸੀ ਕਿ ਸਾਡੇ ਆਲੇ ਦੁਆਲੇ ਜਿੰਨੇ ਵੀ ਪਦਾਰਥ ਹਨ, ਪਦਾਰਥਾਂ ਦੀ ਅਸੀਂ ਗੱਲ ਕਰ ਲਈਏ ਜਿਨ੍ਹਾਂ ਨੂੰ ਅਸੀਂ ਮੈਟਰਸ ਵੀ ਬੋਲਦੇ ਹਾਂ, ਉਹ ਪਦਾਰਥਾਂ ਨੂੰ ਜਦੋਂ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਦਈਏ ਤਾਂ ਉਹ ਜੋ ਛੋਟੇ ਛੋਟੇ ਕਣ ਹਨ ਉਹਨਾਂ ਨੇ ਉਹਨਾਂ ਨੂੰ ਪਰਮਾਣੂ ਦਾ ਨਾਮ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਪਦਾਰਥ ਨੂੰ ਵੰਡੀਏ ਤਾਂ ਪਹਿਲਾਂ ਤਾਂ ਇਹ ਛੋਟੇ ਛੋਟੇ ਕਣ ਪ੍ਰਾਪਤ ਹੋ ਜਾਣਗੇ ਅਤੇ ਫਿਰ ਇਹਨਾਂ ਕਣਾਂ ਨੂੰ ਇੱਕ ਅਜਿਹੀ ਸੀਮਾ ਆ ਜਾਵੇਗੀ ਜਿੱਥੇ ਇਹਨਾਂ ਪਦਾਰਥਾਂ ਨੂੰ ਹੋਰ ਛੋਟੇ ਟੁਕੜਿਆਂ ਵਿੱਚ ਨਹੀਂ ਵੰਡਿਆ ਜਾ ਸਕੇਗਾ। ਸੋ ਇਹ ਜੋ ਨਾ ਵੰਡਣ ਯੋਗ ਕਣ ਪ੍ਰਾਪਤ ਹੁੰਦੇ ਹਨ, ਇਹਨਾਂ ਨੂੰ ਪਰਮਾਣੂ ਕਹਿੰਦੇ ਹਨ। ਸੋ ਬੱਚਿਓ, ਇਸ ਤੋਂ ਇਲਾਵਾ ਬਹੁਤ ਸਾਰੇ ਨਿਯਮ ਬਣੇ ਫਿਰ, ਜਿਵੇਂ ਕਿ ਰਸਾਇਣਿਕ ਸੰਯੋਜਨ ਦਾ ਨਿਯਮ ਹੈ ਜੋ ਕਿ ਜੋਜ਼ਫ ਵਿਗਿਆਨੀ ਨੇ ਦਿੱਤਾ। ਉਹਨਾਂ ਨੇ ਇਸ ਨੂੰ ਸਿੱਧ ਕਰਨ ਲਈ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਉਹਨਾਂ ਨੇ ਪੁੰਜ ਸੁਰੱਖਿਅਣ ਦਾ ਨਿਯਮ ਦਿੱਤਾ। ਹੁਣ ਪੁੰਜ ਸੁਰੱਖਿਅਣ ਦਾ ਨਿਯਮ ਕੀ ਹੈ ਕਿ ਜੋ ਪਦਾਰਥ ਹਨ, ਜੋ ਮੈਟਰਸ ਹਨ, ਉਹਨਾਂ ਨੂੰ ਉਹਨਾਂ ਦਾ ਪੁੰਜ ਹੁੰਦਾ ਹੈ, ਮਾਸ ਹੁੰਦਾ ਹੈ, ਉਹ ਨਾ ਹੀ ਉਹਨਾਂ ਨੂੰ ਨਾ ਹੀ ਬਣਾਇਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਖ਼ਤਮ ਕੀਤਾ ਜਾ ਸਕਦਾ। ਮਤਲਬ ਕਿ ਉਹਨਾਂ ਦਾ ਜੋ ਪੁੰਜ ਹੁੰਦਾ ਹੈ ਉਹ ਫਿਕਸ ਰਹਿੰਦਾ ਹੈ। ਤਾਂ ਉਹਨਾਂ ਨੇ ਇਹ ਨਿਯਮ ਦਿੱਤਾ। ਅੱਗੇ ਅਸੀਂ ਗੱਲ ਕਰਦੇ ਹਾਂ ਸਥਿਰ ਅਨੁਪਾਤ ਦਾ ਨਿਯਮ। ਇਹ ਕੀ ਹੈ? ਕਿਸੇ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਹੁੰਦੇ ਹਨ। ਕਹਿਣ ਦਾ ਮਤਲਬ ਹੈ ਕਿ ਜੇਕਰ ਇੱਕ ਪਦਾਰਥ ਮੰਨ ਲਓ 1 ਕਿਲੋ ਮਾਸ ਦਾ ਬਣਿਆ ਹੈ, ਤਾਂ ਜੇਕਰ ਅਸੀਂ ਸੇਮ ਉਸੇ ਤਰ੍ਹਾਂ ਦਾ ਹੋਰ ਪਦਾਰਥ ਲਵਾਂਗੇ, ਸੇਮ ਸਾਈਜ਼, ਸੇਮ ਸਭ ਕੁਛ, ਤਾਂ ਉਹ ਵੀ 1 ਕਿਲੋ ਮਾਸ ਦਾ ਹੀ ਬਣਿਆ ਹੋਵੇਗਾ। ਮਤਲਬ ਕਿ ਤੱਤਾਂ ਦਾ ਜੋ ਪੁੰਜ ਹੈ ਉਹ ਹਮੇਸ਼ਾ ਨਿਸ਼ਚਿਤ ਹੁੰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਡਾਲਟਨ ਦਾ ਸਿਧਾਂਤ। ਜੋ ਡਾਲਟਨ ਵਿਗਿਆਨੀ ਸੀ, ਉਸਨੇ ਪਰਮਾਣੂਆਂ ਨੂੰ ਬਹੁਤ ਚੰਗੀ ਤਰ੍ਹਾਂ ਡਿਟੇਲ ਵਿੱਚ ਪਰਿਭਾਸ਼ਿਤ ਕੀਤਾ। ਉਹਨਾਂ ਨੇ ਪਰਮਾਣੂਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਕਿ ਪਰਮਾਣੂ ਹੁੰਦੇ ਕੀ ਹਨ, ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ ਕਿ ਪਦਾਰਥਾਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੂੰ ਪਰਮਾਣੂ ਕਹਿੰਦੇ ਹਨ। ਮਤਲਬ ਪਰਮਾਣੂਆਂ ਤੋਂ ਮਿਲ ਕੇ ਜੋ ਪਦਾਰਥ ਬਣਦਾ ਹੈ ਐਂਡ ਵਿੱਚ, ਉਹ ਹੈ ਕੀ ਹੈ ਅਸਲ ਵਿੱਚ। ਤਾਂ ਡਾਲਟਨ ਦੇ ਅਨੁਸਾਰ ਪਰਮਾਣੂ ਬਹੁਤ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੈ। ਪਰਮਾਣੂਆਂ ਨੂੰ ਨੈਨੋਮੀਟਰ ਵਿੱਚ ਮਾਪ ਸਕਦੇ ਹਾਂ। ਇਹ ਨੈਨੋਮੀਟਰ ਜੋ ਹੈ ਬੱਚਿਓ, ਇਹ ਮਾਪ ਦੀ ਇੱਕ ਇਕਾਈ ਹੈ ਅਤੇ 1 ਨੈਨੋਮੀਟਰ ਜੋ ਹੈ ਉਹ 10⁻⁻⁹ ਮੀਟਰ ਦੇ ਬਰਾਬਰ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਜਾਂ ਇਸ ਤੋਂ ਉਲਟ ਅਸੀਂ ਕਹਿ ਸਕਦੇ ਹਾਂ ਕਿ 1 ਮੀਟਰ ਜੋ ਹੈ ਉਹ 10⁹ ਨੈਨੋਮੀਟਰ ਦੇ ਬਰਾਬਰ ਹੈ। ਤਾਂ ਇਹ ਪਰਮਾਣੂਆਂ ਨੂੰ ਮਾਪਣ ਦੀ ਇਕਾਈ ਹੈ, ਉਹਨਾਂ ਦੇ ਸਾਈਜ਼ ਨੂੰ ਮਾਪਣ ਦੀ ਇਕਾਈ ਹੈ। ਅੱਗੇ ਅਸੀਂ ਇਨ ਡਿਟੇਲ ਡਾਲਟਨ ਦੀ ਐਟੋਮਿਕ ਥਿਊਰੀ, ਜੋ ਕਿ ਡਾਲਟਨ ਨੇ 1808 ਈਸਵੀ ਵਿੱਚ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਮੈਟਰ ਇਜ਼ ਮੇਡ ਅਪ ਆਫ ਸਮਾਲਰ ਇੰਡੀਵਿਜੂਅਲ ਔਰ ਟਿਨੀ ਪਾਰਟੀਕਲਸ ਆਰ ਕਾਲਡ ਐਟਮਸ। ਪਰਮਾਣੂਆਂ ਨੂੰ ਅਸੀਂ ਐਟਮਸ ਕਹਿੰਦੇ ਹਾਂ ਬੱਚਿਓ, ਅਤੇ ਐਟਮਸ ਜੋ ਹਨ ਉਹ ਇੰਡੀਵਿਜੂਅਲ, ਮਤਲਬ ਆਪਣੇ ਆਪ ਵਿੱਚ ਇੱਕ ਜੋ ਇੰਡੀਵਿਜੂਅਲ ਅਲੱਗ ਪਾਰਟੀਕਲ ਹੁੰਦਾ ਉਸਨੂੰ ਇੰਡੀਵਿਜੂਅਲ ਬੋਲਿਆ ਜਾਂਦਾ ਹੈ। ਟਿਨੀ ਮਤਲਬ ਬਿਲਕੁਲ ਛੋਟੇ, ਸਮਾਲ। ਪਰਮਾਣੂ ਜੋ ਹੈ ਅਤੇ ਇੰਡੀਵਿਜੂਅਲ ਅਤੇ ਟਿਨੀ ਸਮਾਲ ਪਾਰਟੀਕਲਸ ਤੋਂ ਬਣਿਆ ਹੋਇਆ ਹੈ। ਆਓ ਦੇਖਦੇ ਹਾਂ ਡਾਲਟਨਸ ਐਟੋਮਿਕ ਥਿਊਰੀ। ਅਤੇ ਇਸ ਵਿੱਚ ਡਾਲਟਨ ਨੇ ਕੀ ਕਿਹਾ ਬੱਚਿਓ? ਡਾਲਟਨ ਨੇ 1808 ਈਸਵੀ ਵਿੱਚ ਜੋ ਇਹ ਥਿਊਰੀ ਦਿੱਤੀ ਸੀ, ਤਾਂ ਉਸਨੇ ਦੱਸਿਆ ਕਿ ਐਟਮਸ, ਸਭ ਤੋਂ ਛੋਟਾ ਪਾਰਟ ਐਟਮਸ ਹੈ ਜਿਸ ਤੋਂ ਮੈਟਰ ਬਣਦਾ ਹੈ। ਐਟਮਸ ਜੋ ਹੈ, ਮੈਟਰ ਇਜ਼ ਮੇਡ ਅਪ ਆਫ ਸਮੋਲੈਸਟ ਇੰਡੀਵਿਜੂਅਲ ਔਰ ਟਿਨੀ ਪਾਰਟੀਕਲਸ ਆਰ ਕਾਲਡ ਐਟਮਸ।
ਤੇ ਐਟਮਸ ਤੋਂ ਮਿਲ ਕੇ ਹੀ ਬੱਚਿਓ ਜੋ ਐਲੀਮੈਂਟਸ ਹੈ, ਕੰਪਾਊਂਡਸ ਹੈ, ਮਿਕਸਚਰ ਬਣਦੇ ਹਨ। ਹੁਣ ਇੰਡੀਵਿਜੂਅਲ ਪਾਰਟੀਕਲਸ ਨੂੰ ਆਪਾਂ ਅਨਕਾਊਂਟੇਬਲ ਪਾਰਟੀਕਲਸ ਵੀ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਕਿ ਅਸੀਂ ਐਟਮਸ ਬੋਲਿਆ ਹੈ। ਜਿਵੇਂ ਕਿ ਮੈਂ ਬੱਚਿਓ ਐਗਜ਼ਾਮਪਲ ਆ ਮਾਰਕਰ ਦੀ ਲੈ ਲੈਂਦੀ ਹਾਂ। ਮਾਰਕਰ ਇੱਕ ਮੈਟਰ ਹੈ, ਤੇ ਇਹ ਮਾਰਕਰ ਜੋ ਹੈ ਬੱਚਿਓ ਬਿਲਕੁਲ ਛੋਟੇ ਛੋਟੇ ਪਾਰਟੀਕਲਸ ਤੋਂ ਬਣਿਆ ਹੈ, ਜਿਸ ਨੂੰ ਮੈਂ ਐਟਮ ਕਹਾਂਗੀ। ਮਤਲਬ ਕਿ ਮਾਰਕਰ ਜੋ ਹੈ ਉਹ ਐਟਮਸ ਤੋਂ ਮਿਲ ਕੇ ਹੀ ਬਣਿਆ ਹੈ। ਸੋ ਇਸ ਦਾ ਮਤਲਬ ਇੰਡੀਵਿਜੂਅਲ ਮਤਲਬ ਹੁੰਦਾ ਆਪਣੇ ਆਪ ਵਿੱਚ ਬਹੁਤ ਛੋਟੇ। ਆਓ ਇੱਕ ਉਦਾਹਰਨ ਲੈਂਦੇ ਹਾਂ। ਮੈਂ ਬੱਚਿਓ ਕਣਕ ਦੇ ਦਾਣੇ ਲਏ ਹਨ, ਤੇ ਇਹਨਾਂ ਕਣਕ ਦੇ ਦਾਣਿਆਂ ਨੂੰ ਤੱਤ ਜੋ ਹਨ, ਇਹਨਾਂ ਨੂੰ ਜਦੋਂ ਇਹ ਮੈਂ ਪਦਾਰਥ ਕਹਿ ਸਕਦੀ ਹਾਂ, ਕਣਕ ਦੇ ਦਾਣੇ ਪਦਾਰਥ ਹਨ। ਜਦੋਂ ਇਹਨਾਂ ਨੂੰ ਗ੍ਰਾਈਂਡ ਕਰਕੇ ਪੀਸ ਕੇ ਇਹਨਾਂ ਤੋਂ ਆਟਾ ਬਣਦਾ ਹੈ, ਤਾਂ ਜੋ ਆਟਾ ਬਣਿਆ ਹੈ, ਆਟਾ ਬਿਲਕੁਲ ਬਹੁਤ ਹੀ ਬਰੀਕ ਛੋਟੇ ਕਣ ਹਨ। ਇਹਨਾਂ ਕਣਾਂ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ। ਤਾਂ ਜੋ ਕਣਕ ਤੋਂ ਜੋ ਇਹ ਆਟੇ ਦੇ ਕਣ ਬਣੇ ਹਨ, ਇਹ ਇੱਕ ਐਟਮ ਹੈ, ਪਰਮਾਣੂ ਕਹਿ ਸਕਦੇ ਹਾਂ ਅਸੀਂ ਇਸ ਨੂੰ। ਇਹ ਪਰਮਾਣੂ ਹੈ। ਅੱਗੇ ਡਾਲਟਨ ਥਿਊਰੀ ਦਾ ਇੱਕ ਹੋਰ ਉਹਨਾਂ ਨੇ ਦਿੱਤਾ ਹੈ ਕਿ ਜੋ ਹੈ all the atoms of given elements are identically in size, mass and chemical properties। ਮਤਲਬ ਕਿ ਸਾਰੇ ਇੱਕੋ ਤਰ੍ਹਾਂ ਦੇ ਜੋ ਸਾਰੇ ਇੱਕ ਐਲੀਮੈਂਟ ਦੇ ਜੋ ਸਾਰੇ ਐਟਮਸ ਹੁੰਦੇ ਹਨ, ਉਹਨਾਂ ਦੀ ਸੇਮ ਇੱਕੋ ਜਿਹਾ ਸਾਈਜ਼ ਹੁੰਦਾ ਹੈ, ਇੱਕੋ ਜਿਹੀਆਂ ਹੀ ਕੈਮੀਕਲ ਪ੍ਰੋਪਰਟੀਜ਼ ਹੁੰਦੀਆਂ ਹਨ। ਫੋਰ ਐਗਜ਼ਾਮਪਲ ਮੈਂ ਬੱਚਿਓ ਆਇਰਨ ਪੀਸ ਲਿਆ, ਇੱਕ ਲੋਹੇ ਦਾ ਟੁਕੜੇ ਦੀ ਜੇ ਆਪਾਂ ਗੱਲ ਕਰਦੇ ਹਾਂ, ਤਾਂ ਲੋਹੇ ਦੇ ਟੁਕੜੇ ਦੇ ਜੋ ਐਟਮਸ ਹਨ ਉਹ ਬਿਲਕੁਲ ਬਰਾਬਰ ਸੇਮ ਸਾਈਜ਼ ਦੇ ਹੋਣਗੇ ਸਾਰੇ ਹੀ। ਚਾਹੇ ਮੈਂ ਇੱਕ ਐਟਮ ਦੀ ਗੱਲ ਕਰ ਲਵਾਂ, ਚਾਹੇ ਚੌਥੇ ਨੰਬਰ ਵਾਲੇ ਐਟਮ ਦੀ ਗੱਲ ਕਰ ਲਵਾਂ। ਦੂਜੇ ਪਾਸੇ ਅਸੀਂ ਉਦਾਹਰਨ ਲੈਂਦੇ ਹਾਂ ਬਨਾਨਾ। ਮੰਨ ਲਓ ਹੁਣ ਮੈਂ ਬਨਾਨਾ ਲਿਆ, ਬਨਾਨਾ ਦੇ ਐਟਮ ਦੀ ਗੱਲ ਕਰਦੀ ਹਾਂ। ਬਨਾਨਾ ਵੀ ਪਰਮਾਣੂਆਂ ਤੋਂ ਮਿਲ ਕੇ ਬਣਿਆ ਹੈ, ਮਤਲਬ ਐਟਮਸ ਤੋਂ ਮਿਲ ਕੇ ਬਣਿਆ ਹੈ। ਜੇਕਰ ਬਨਾਨੇ ਦਾ ਇੱਕ ਪਾਸੇ ਦਾ ਟੁਕੜੇ ਦਾ ਸਵਾਦ ਵੀ ਉਹੀ ਹੋਵੇਗਾ ਜੋ ਦੂਜੇ ਪਾਸੇ ਵਾਲੇ ਦਾ ਹੋਵੇਗਾ। ਸੋ ਆਪਾਂ ਕਹਿ ਸਕਦੇ ਹਾਂ ਸਾਈਜ਼, ਮਾਸ ਅਤੇ ਕੈਮੀਕਲ ਪ੍ਰੋਪਰਟੀਜ਼ ਵਿੱਚ ਐਟਮਸ ਜੋ ਹੁੰਦੇ ਹਨ ਉਹ ਬਿਲਕੁਲ ਸੇਮ ਹੁੰਦੇ ਹਨ, ਮਤਲਬ ਬਰਾਬਰ ਹੁੰਦੇ ਹਨ, ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ। ਸੋ ਇਹ ਇੱਕ ਐਲੀਮੈਂਟ ਦੇ ਐਟਮਸ ਦੀ ਗੱਲ ਹੋ ਰਹੀ ਹੈ, ਸਾਰਾ ਕੁਝ ਉਹਨਾਂ ਦਾ ਬਰਾਬਰ ਹੋਵੇਗਾ। ਇਹ ਗੱਲ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਰੱਖਣੀ ਹੈ ਬੱਚਿਓ। ਸੋ ਕੀ ਦੱਸਿਆ, ਸਾਈਜ਼, ਮਾਸ ਅਤੇ ਕੈਮੀਕਲ ਪ੍ਰੋਪਰਟੀਜ਼ ਵਿੱਚ ਬਰਾਬਰ ਹੁੰਦੇ ਹਨ। ਆਇਰਨ ਪੀਸ ਦੀ ਅਸੀਂ ਗੱਲ ਲਈ ਅਤੇ ਉਸਦੇ ਐਟਮਸ ਦੀ ਗੱਲ ਕੀਤੀ, ਉਹ ਤਿੰਨੋਂ ਚੀਜ਼ਾਂ ਬਿਲਕੁਲ ਹੀ ਬਰਾਬਰ ਹੋਣਗੀਆਂ। ਆਓ ਹੁਣ ਅਸੀਂ ਗੱਲ ਕਰਦੇ ਹਾਂ ਅਲੱਗ ਅਲੱਗ ਐਟਮਸ ਦੀ। ਮੰਨ ਲਓ ਇੱਕ ਪਾਸੇ ਮੈਂ ਆਇਰਨ ਪੀਸ ਲਿਆ ਹੈ ਅਤੇ ਦੂਜੇ ਪਾਸੇ ਮੈਂ ਕਾਰਬਨ ਲੈ ਲਿਆ ਹੈ। ਮਤਲਬ ਹੁਣ ਮੇਰੇ ਕੋਲ ਦੋ ਐਲੀਮੈਂਟ ਹੋ ਗਏ ਹਨ, ਦੋ ਤੱਤ ਹੋ ਗਏ ਹਨ। ਇੱਕ ਪਾਸੇ ਆਇਰਨ ਤੱਤ ਅਤੇ ਦੂਸਰੇ ਪਾਸੇ ਕਾਰਬਨ। ਠੀਕ ਹੈ ਜੀ। ਤਾਂ ਇਹਨਾਂ ਦੇ ਐਟਮਸ, ਉਸਨੇ ਕਿਹਾ ਐਟਮਸ ਆਫ ਡਿਫਰੈਂਟ ਐਲੀਮੈਂਟਸ ਡਿਫਰ ਇਨ ਸਾਈਜ਼, ਮਾਸ ਐਂਡ ਕੈਮੀਕਲ ਪ੍ਰੋਪਰਟੀਜ਼। ਮਤਲਬ ਆਇਰਨ ਦੇ ਜੋ ਐਟਮਸ ਹਨ ਉਹ ਅਲੱਗ ਸਾਈਜ਼ ਦੇ ਹੋਣਗੇ, ਕਾਰਬਨ ਦੇ ਐਟਮਸ ਜੋ ਹਨ ਉਹਨਾਂ ਦਾ ਸਾਈਜ਼ ਇਹਨਾਂ ਨਾਲੋਂ ਵੱਖਰਾ ਹੋਵੇਗਾ। ਤਾਂ ਇਹ ਡਾਲਟਨ ਐਟੋਮਿਕ ਥਿਊਰੀ ਨੇ ਸਾਨੂੰ ਕੰਸੈਪਟ ਦਿੱਤਾ ਹੈ ਕਿ ਅਲੱਗ-ਅਲੱਗ ਜੋ ਐਲੀਮੈਂਟਸ ਹਨ ਉਹਨਾਂ ਦੇ ਸਾਈਜ਼, ਉਹਨਾਂ ਦੇ ਐਟਮਸ ਪਰਮਾਣੂਆਂ ਦਾ ਸਾਈਜ਼, ਆਕਾਰ ਅਤੇ ਮਾਸ ਪੁੰਜ ਅਤੇ ਕੈਮੀਕਲ ਪ੍ਰੋਪਰਟੀਜ਼, ਰਸਾਇਣਿਕ ਜੋ ਹਨ ਗੁਣ ਹਨ ਉਹਨਾਂ ਦੇ ਬਿਲਕੁਲ ਹੀ ਅਲੱਗ ਹੋਣਗੇ। ਜੇ ਮੈਂ ਬਨਾਨੇ ਦੀ ਗੱਲ ਕਰ ਲਵਾਂ ਅਤੇ ਦੂਸਰੇ ਪਾਸੇ ਮੈਂਗੋ ਮੈਂ ਰੱਖ ਦਿੱਤਾ ਹੈ, ਤਾਂ ਇਹ ਸੇਮ ਆਇਰਨ ਅਤੇ ਕਾਰਬਨ ਵਾਂਗ ਹੀ ਹੋ ਗਿਆ ਕਿ ਮੈਂਗੋ ਦਾ ਟੇਸਟ ਅਲੱਗ ਹੁੰਦਾ ਹੈ ਅਤੇ ਬਨਾਨੇ ਦਾ ਟੇਸਟ ਅਲੱਗ ਹੁੰਦਾ ਹੈ। ਸੇਮ ਇਸੇ ਤਰ੍ਹਾਂ ਹੀ, ਕਿਉਂਕਿ ਉਸਦੇ ਕਣ ਅਲੱਗ ਹਨ ਬਿਲਕੁਲ। ਸੇਮ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਇਰਨ ਦੇ ਜੋ ਐਟਮਸ ਹਨ, ਪਰਮਾਣੂ ਹਨ, ਉਹ ਅਲੱਗ ਤਰ੍ਹਾਂ ਦੇ ਹਨ ਅਤੇ ਕਾਰਬਨ ਦੇ ਪਰਮਾਣੂ ਜੋ ਹਨ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਹਨ। ਸੋ ਇਹ ਡਾਲਟਨ ਨੇ ਸਿਧਾਂਤ ਦਿੱਤਾ ਸੀ, ਡਿਫਰੈਂਟ ਐਲੀਮੈਂਟਸ ਦੀ ਗੱਲ ਸੀ ਕਿ ਡਿਫਰੈਂਟ ਐਲੀਮੈਂਟਸ ਦੇ ਐਟਮਸ ਡਿਫਰੈਂਟ ਹੋਣਗੇ, ਅਲੱਗ ਹੋਣਗੇ। ਅੱਗੇ ਅਸੀਂ ਗੱਲ ਕਰਦੇ ਹਾਂ ਐਟਮਸ ਆਫ 2 or more ਐਲੀਮੈਂਟਸ ਕੰਬਾਈਨ ਇਨ ਅ ਫਿਕਸਡ ਰੇਸ਼ੋ। ਪਿਆਰੇ ਬੱਚਿਓ, ਅਸੀਂ ਗੱਲ ਕਰਦੇ ਹਾਂ, ਹੁਣ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹਾਂਗੀ ਤੁਹਾਨੂੰ ਡਾਲਟਨਸ ਐਟੋਮਿਕ ਥਿਊਰੀ ਦਾ ਅਗਲਾ ਕੰਸੈਪਟ। ਜੇਕਰ ਮੈਂ ਦੋ ਐਲੀਮੈਂਟਸ ਨੂੰ ਕੰਬਾਈਨ ਕਰਾਂਗੀ, ਮੈਂ ਹਾਈਡਰੋਜਨ ਲਈ ਹੈ, ਹਾਈਡਰੋਜਨ ਦੇ ਦੋ ਐਲੀਮੈਂਟਸ ਅਤੇ ਆਕਸੀਜਨ ਦਾ ਇੱਕ ਐਲੀਮੈਂਟ, ਮਤਲਬ ਇੱਕ ਤੱਤ, ਦੋ ਅਲੱਗ-ਅਲੱਗ ਤੱਤ ਲਵਾਂਗੀ
ਤਾਂ ਕੀ ਬਣਦਾ, ਇਹਨਾਂ ਨੂੰ ਕੰਬਾਈਨ ਕਰਨ ਤੋਂ ਬਾਅਦ ਸਾਡੇ ਕੋਲ ਬੱਚਿਓ H2O ਮਤਲਬ ਕਿ ਵਾਟਰ, ਜਿਸ ਨੂੰ ਅਸੀਂ ਪਾਣੀ ਬੋਲਦੇ ਹਾਂ, ਵਾਟਰ ਬਣਦਾ ਹੈ। ਤਾਂ ਉਸਨੇ ਇਹ ਕਿਵੇਂ ਬਣਦਾ ਹੈ ਕਿ ਦੋ ਜੋ ਹੈ ਨਾ, ਦੋ ਐਟਮ ਸਾਡੇ ਕੋਲ ਹਾਈਡਰੋਜਨ ਦੇ ਆਏ ਹਨ ਅਤੇ ਇੱਕ ਐਟਮ ਜੋ ਹੈ ਬੱਚੇ ਉਹ ਸਾਡੇ ਕੋਲ ਆਕਸੀਜਨ ਦਾ ਆਇਆ। ਤਾਂ ਇਹ 2:1 ਦੇ ਵਿੱਚ ਸਾਡੇ ਕੋਲ ਪਾਣੀ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਐਟਮਸ ਆਫ 2 or more ਐਲੀਮੈਂਟਸ ਕੰਬਾਈਨ ਇਨ ਏ ਫਿਕਸਡ ਰੇਸ਼ੋ ਟੂ ਫਾਰਮ ਏ ਕੰਪਾਊਂਡ। ਮਤਲਬ ਉਸਨੇ ਕਿਹਾ ਕਿ ਜੇਕਰ ਅਸੀਂ ਦੋ ਐਲੀਮੈਂਟਸ, ਦੋ ਤੱਤਾਂ ਨੂੰ ਕੰਬਾਈਨ ਕਰਨਾ ਹੈ ਤਾਂ ਉਹਨਾਂ ਨੂੰ ਕੰਬਾਈਨ ਕਰਨ ਤੋਂ ਬਾਅਦ ਸਾਡੇ ਕੋਲ ਉਹਨਾਂ ਨੂੰ ਇੱਕ ਡਿਫਰੈਂਟ ਵਧੀਆ ਇੱਕ ਅਲੱਗ ਰੇਸ਼ੋ ਵਿੱਚ ਕੰਬਾਈਨ ਕਰਨਾ ਪਏਗਾ, ਤਾਂ ਸਾਡੇ ਕੋਲ ਜੋ ਹਨ ਉਹ ਅਗਲਾ ਜੋ ਹੈ ਉਹ ਤੱਤ ਬਣੇਗਾ। ਹੁਣ ਬੱਚਿਓ ਅਸੀਂ ਅੱਗੇ ਗੱਲ ਕਰਦੇ ਹਾਂ, ਮੈਂ ਤੁਹਾਨੂੰ ਅੱਗੇ ਲੈ ਕੇ ਜਾਂਦੀ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਐਟਮਸ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ ਐਨੀ ਫਿਜ਼ੀਕਲ ਔਰ ਕੈਮੀਕਲ ਚੇਂਜ। ਡਾਲਟਨ ਨੇ ਇੱਕ ਕਨਸੈਪਟ ਦਿੱਤਾ ਕਿ ਜੋ ਪਰਮਾਣੂ ਹਨ ਉਹ ਨਾ ਹੀ ਤਾਂ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸਨੂੰ ਖ਼ਤਮ ਕਰ ਸਕਦੇ ਹਾਂ। ਅਤੇ ਇਸ ਦੀ ਐਗਜ਼ਾਮਪਲ ਅਸੀਂ ਇੱਕ ਮੈਂ ਤੁਹਾਨੂੰ ਕਰਕੇ ਦੱਸਾਂਗੀ। ਡਾਲਟਨ ਐਟੋਮਿਕ ਥਿਊਰੀ 'ਚ ਉਸਨੇ ਕੀ ਕਿਹਾ, ਮੈਂ ਬੱਚੋ ਸੋਡੀਅਮ ਹਾਈਡਰੋਕਸਾਈਡ NaOH ਲਿਆ ਪਲੱਸ HCl, ਹਾਈਡਰੋਕਲੋਰਿਕ ਐਸਿਡ ਆਪਾਂ ਕਹਿ ਸਕਦੇ ਹਾਂ। ਜਦੋਂ ਇਹਨਾਂ ਨੂੰ ਕੰਬਾਈਨ ਕੀਤਾ ਤਾਂ ਇਹਨਾਂ ਦੇ ਕੰਬਾਈਨ ਕਰਨ ਤੋਂ ਬਾਅਦ ਕੁਛ ਨਾ ਕੁਛ ਜ਼ਰੂਰ ਬਣੇਗਾ। ਮਤਲਬ NaCl ਪਲੱਸ H2O ਪਾਣੀ ਬਣਿਆ। ਇੱਕ ਸਾਡੇ ਕੋਲ ਸੋਡੀਅਮ ਕਲੋਰਾਈਡ, ਸੋਡੀਅਮ ਹਾਈਡਰੋਕਸਾਈਡ ਨੇ ਜਦੋਂ ਹਾਈਡਰੋਕਲੋਰਿਕ ਐਸਿਡ ਨਾਲ ਕੰਬਾਈਨ ਕੀਤਾ ਉਹ, ਤਾਂ ਸਾਡੇ ਕੋਲ ਸੋਡੀਅਮ ਕਲੋਰਾਈਡ ਅਤੇ ਪਾਣੀ ਬਣਿਆ। ਕਹਿਣ ਦਾ ਮਤਲਬ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਮਤਲਬ ਇਹਨਾਂ ਦੀ ਕੈਮੀਕਲ ਰਿਐਕਸ਼ਨਸ ਨਾਲ ਸਾਨੂੰ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਮਤਲਬ ਅਲੱਗ-ਅਲੱਗ ਤਰ੍ਹਾਂ ਨਾਲ ਇਹ ਕੰਬਾਈਨ ਹੁੰਦਾ ਹੈ। ਸੋਡੀਅਮ ਨੇ ਰਿਐਕਟ ਕੀਤਾ ਕਲੋਰੀਨ ਨਾਲ, ਇਹ ਅੱਗੇ ਵਿੱਚੋਂ ਅਸੀਂ ਅੱਗੇ ਡਿਸਕਸ ਕਰਾਂਗੇ ਕਿ ਇਹ ਸਭ ਕੁਛ ਕਿਵੇਂ ਹੋਇਆ। ਫਿਲਹਾਲ ਤੁਹਾਡੇ ਲਈ ਇੰਨਾ ਜਾਣਨਾ ਜ਼ਰੂਰੀ ਹੈ ਕਿ ਇੱਕ ਖਾਸ ਰੇਸ਼ੋ ਵਿੱਚ ਇਹ ਜੋ ਹੈ ਉਹ ਕੰਬਾਈਨ ਹੋ ਜਾਂਦਾ ਹੈ। ਸੋ ਅੱਗੇ ਬੱਚਿਓ ਅਸੀਂ ਗੱਲ ਕਰਦੇ ਹਾਂ। ਹੁਣ ਮੈਂ ਤੁਹਾਨੂੰ ਦੱਸਾਂਗੀ ਬੱਚਿਓ ਇਸ ਤੋਂ ਇਲਾਵਾ ਪਰਮਾਣੂ। ਤੁਸੀਂ ਡਾਲਟਨ ਥਿਊਰੀ ਪੜ੍ਹ ਲਈ। ਡਾਲਟਨ ਥਿਊਰੀ ਵਿੱਚ ਪਰਮਾਣੂ ਦਾ ਬਹੁਤ ਲੰਬਾ ਚੌੜਾ ਕਨਸੈਪਟ ਦੱਸਿਆ ਤੁਹਾਨੂੰ। ਹੁਣ ਪਰਮਾਣੂ ਦਿਖਦਾ ਕਿਵੇਂ ਦਾ ਹੈ, ਉਸਦੀ ਸਟਰਕਚਰ ਕਿਵੇਂ ਹੈ, ਆਓ ਉਸਦੀ ਸਟਰਕਚਰ ਬਾਰੇ ਗੱਲ ਕਰਦੇ ਹਾਂ। ਸਟਰਕਚਰ ਆਫ ਐਨ ਐਟਮ। ਪਰਮਾਣੂ ਦੀ ਸਟਰਕਚਰ ਦੇ ਵਿੱਚ ਬੱਚਿਓ 3 ਪਾਰਟ ਹੁੰਦੇ ਹਨ ਇਸਦੇ, ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਇਲੈਕਟ੍ਰੋਨ, ਨਿਊਟਰੋਨ ਅਤੇ ਪ੍ਰੋਟੋਨ। ਮੈਂ ਤੁਹਾਨੂੰ ਅੱਗੇ ਦੱਸ ਵੀ ਦਿੰਦੀ ਹਾਂ। ਪਰਮਾਣੂ ਦੇ 3 ਭਾਗ ਹਨ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ। ਇਹ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਮਿਲ ਕੇ ਪਰਮਾਣੂ ਬਣਾਉਂਦੇ ਹਨ। ਅਤੇ ਇਸਦੀ ਸਟਰਕਚਰ ਕਿਵੇਂ ਦੀ ਹੈ, ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਹੈ ਕਿ ਸੈਂਟਰ ਦੇ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਹੁੰਦੇ ਹਨ ਅਤੇ ਇਲੈਕਟ੍ਰੋਨ ਪਰਮਾਣੂ ਦੇ ਆਲੇ ਦੁਆਲੇ ਸ਼ੈਲਜ਼ ਵਿੱਚ ਘੁੰਮਦੇ ਹਨ। ਦੁਬਾਰਾ ਫਿਰ ਤੁਹਾਨੂੰ ਦੱਸ ਦਿੰਦੀ ਹਾਂ, ਜਿਵੇਂ ਕਿ ਤੁਹਾਨੂੰ ਬੱਚੋ ਆਪਣੀ ਸਕਰੀਨ 'ਤੇ ਕਲੀਅਰ ਦਿਖਾਈ ਦੇ ਰਿਹਾ ਹੈ ਕਿ ਇਲੈਕਟ੍ਰੋਨ ਜੋ ਹਨ ਉਹ ਐਟਮ ਦੇ ਆਲੇ ਦੁਆਲੇ ਸ਼ੈਲਸ ਵਿੱਚ ਘੁੰਮਦੇ ਹਨ ਅਤੇ ਜੋ ਐਟਮ ਦਾ ਸੈਂਟਰ ਹੈ, ਜਿਸ ਨੂੰ ਅਸੀਂ ਨਿਊਕਲੀਅਸ ਬੋਲਦੇ ਹਾਂ, ਉਸ ਦੇ ਵਿੱਚ ਕੇਵਲ ਅਤੇ ਕੇਵਲ ਨਿਊਟਰੋਨ ਅਤੇ ਪ੍ਰੋਟੋਨ ਹੁੰਦੇ ਹਨ। ਸੋ ਇਹਨਾਂ ਬਾਰੇ ਅਸੀਂ ਡਿਟੇਲ ਵਿੱਚ ਬਾਰੋ ਬਾਰੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੇ ਅਸੀਂ ਗੱਲ ਕਰਦੇ ਹਾਂ ਇਲੈਕਟ੍ਰੋਨਸ ਬਾਰੇ। ਇਲੈਕਟ੍ਰੋਨ ਕੀ ਹਨ? ਇਹ ਹਮੇਸ਼ਾ ਪਰਮਾਣੂ ਦੇ ਬਾਹਰੀ ਭਾਗ ਵਿੱਚ ਘੁੰਮਦੇ ਹਨ। ਬਾਹਰੀ ਭਾਗ ਵਿੱਚ ਹੁੰਦੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। ਤੁਸੀਂ ਨੀਚੇ ਇੱਕ ਸਟਰਕਚਰ ਦਿੱਤੀ ਗਈ ਹੈ, ਉਸਨੂੰ ਧਿਆਨ ਨਾਲ ਦੇਖ ਸਕਦੇ ਹੋ ਕਿ ਆਲੇ ਦੁਆਲੇ ਰਿੰਗ ਬਣੇ ਹਨ ਗੋਲ ਗੋਲ। ਗ੍ਰੀਨ ਕਲਰ ਦੇ ਜੋ ਹਨ ਉਹ ਇਲੈਕਟ੍ਰੋਨਸ ਹਨ ਅਤੇ ਇਹਨਾਂ ਉੱਤੇ ਹਮੇਸ਼ਾ ਰਿਣ ਚਾਰਜ ਹੁੰਦਾ ਹੈ। ਰਿਣ ਦਾ ਮਤਲਬ ਹੁੰਦਾ ਹੈ ਮਾਈਨਸ ਦਾ ਚਾਰਜ, ਮਤਲਬ ਨੈਗੇਟਿਵ। ਜੋ ਬੱਚਿਓ ਤੁਸੀਂ ਚੇਤਾ ਰੱਖਣਾ, ਇਲੈਕਟ੍ਰੋਨਸ ਹਮੇਸ਼ਾ ਪਰਮਾਣੂ ਦੇ ਬਾਹਰੀ ਭਾਗ ਵਿੱਚ ਹੁੰਦੇ ਹਨ ਅਤੇ ਇਹਨਾਂ 'ਤੇ ਹਮੇਸ਼ਾ ਮਾਈਨਸ ਦਾ ਚਾਰਜ ਹੁੰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਪ੍ਰੋਟੋਨਸ ਬਾਰੇ। ਇਹ ਪਰਮਾਣੂ ਦੇ ਅੰਦਰੂਨੀ ਭਾਗ ਵਿੱਚ ਹੁੰਦੇ ਹਨ, ਮਤਲਬ ਅੰਦਰਲੇ ਭਾਗ ਵਿੱਚ ਹੁੰਦੇ ਹਨ। ਬਿਲਕੁਲ ਸੈਂਟਰ, ਜਿਸ ਨੂੰ ਅਸੀਂ ਨਿਊਕਲੀਅਸ ਕਿਹਾ ਜਾਂਦਾ, ਨਿਊਕਲੀਅਸ ਵਿੱਚ ਹੁੰਦੇ ਹਨ ਅਤੇ ਇਹਨਾਂ ਉੱਤੇ ਧਨ ਚਾਰਜ ਹੁੰਦਾ ਹੈ। ਪ੍ਰੋਟੋਨਸ ਨੂੰ ਜਿਵੇਂ ਕਿ ਤੁਸੀਂ ਸਕਰੀਨ 'ਤੇ ਬੱਚੋ ਦੇਖ ਸਕਦੇ ਹੋ ਕਿ ਨੀਲੇ ਰੰਗ ਦਾ ਜੋ ਤੁਹਾਨੂੰ ਪ੍ਰੋਟੋਨ ਦਿਖਾਈ ਦੇ ਰਿਹਾ। ਸੋ ਇਸ ਸਟਰਕਚਰ ਨੂੰ ਜ਼ਰਾ ਤੁਸੀਂ ਧਿਆਨ ਨਾਲ ਵੇਖੋ। ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਨਿਊਟਰੋਨਸ ਦੀ।
ਸੋ ਨਿਊਟਰੋਨਸ ਕੀ ਹਨ? ਇਹ ਪਰਮਾਣੂ ਦੇ ਅੰਦਰੂਨੀ ਭਾਗ ਵਿੱਚ ਹੁੰਦੇ ਹਨ। ਸੇਮ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਹਨ ਪਰਮਾਣੂ ਦਾ ਨਿਊਕਲੀਅਸ ਸੈਂਟਰ ਹੈ, ਨਿਊਕਲੀਅਸ ਉਹਦੇ ਵਿੱਚ ਜਿਵੇਂ ਪ੍ਰੋਟੋਨ ਪਏ ਹੁੰਦੇ ਹਨ, ਇਵੇਂ ਹੀ ਨਿਊਟਰੋਨ ਹੁੰਦੇ ਹਨ। ਅਤੇ ਨਿਊਟਰੋਨ ਵੀ ਸੈਂਟਰ ਭਾਗ ਵਿੱਚ ਹੁੰਦੇ ਹਨ, ਕੇਂਦਰੀ ਭਾਗ ਵਿੱਚ। ਅਤੇ ਪਰਮਾਣੂ ਦਾ ਜੋ ਸਾਰਾ ਪੁੰਜ, ਮਤਲਬ ਉਹਨਾਂ ਦਾ ਪਰਮਾਣੂ ਦਾ ਜੋ ਵੇਟ, ਭਾਰ ਹੈ, ਮਾਸ ਹੈ, ਉਹ ਕੇਵਲ ਅਤੇ ਕੇਵਲ ਨਿਊਟਰੋਨਸ ਕਰਕੇ ਹੀ ਹੁੰਦਾ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਬੱਚਿਓ ਤੱਤ। ਤਾਂ ਇਹ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਹੋਰ ਤੁਸੀਂ ਜਾਣ ਲੈਣੀ ਹੈ ਬੱਚਿਓ ਕਿ ਪ੍ਰੋਟੋਨਾਂ ਅਤੇ ਇਲੈਕਟ੍ਰੋਨਾਂ ਦੀ ਸੰਖਿਆ ਪਰਮਾਣੂ ਵਿੱਚ ਬਿਲਕੁਲ ਬਰਾਬਰ ਹੁੰਦੀ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਪ੍ਰੋਟੋਨਾਂ ਅਤੇ ਇਲੈਕਟ੍ਰੋਨਾਂ ਦੀ ਸੰਖਿਆ ਪਰਮਾਣੂ ਵਿੱਚ ਬਿਲਕੁਲ ਬਰਾਬਰ ਹੁੰਦੀ ਹੈ। ਇਲੈਕਟ੍ਰੋਨ ਬਾਹਰੀ ਭਾਗ ਵਿੱਚ ਘੁੰਮਦੇ ਹਨ ਅਤੇ ਪ੍ਰੋਟੋਨ ਕੇਂਦਰੀ ਭਾਗ ਵਿੱਚ ਹੁੰਦੇ ਹਨ, ਜਿੱਥੇ ਕਿ ਨਿਊਟਰੋਨ ਹੁੰਦੇ ਹਨ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਬੱਚਿਓ ਤੱਤ ਦੀ। ਸੋ ਤੁਹਾਨੂੰ ਸਕਰੀਨ 'ਤੇ ਇੱਕ ਸੋਡੀਅਮ ਦਾ ਮੈਂ ਤੱਤ ਜਿਵੇਂ ਦਿਖ ਰਿਹਾ ਹੈ, ਤੱਤ ਇੱਕੋ ਜਿਹੇ ਪਰਮਾਣੂਆਂ ਤੋਂ ਮਿਲ ਕੇ ਤੱਤ ਬਣਦਾ ਹੈ। ਅਤੇ ਪਰਮਾਣੂ ਬਾਰੇ ਤਾਂ ਤੁਸੀਂ ਬੱਚੋ ਪੜ੍ਹ ਹੀ ਚੁੱਕੇ ਹੋ। ਅਤੇ ਹੁਣ ਤੱਤ ਕੀ ਹੈ? ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਨਾ ਕਿ ਇੱਕੋ ਜਿਹੀਆਂ ਇੱਟਾਂ ਤੋਂ ਮਿਲ ਕੇ ਦੀਵਾਰ ਬਣਦੀ ਹੈ। ਦੀਵਾਰ ਇੱਕ ਤੱਤ ਹੈ ਅਤੇ ਪਰਮਾਣੂ ਇੱਕ ਇੱਟ ਹੈ। ਸੋ ਜੋ ਸਾਰੀ ਦੀ ਸਾਰੀ ਦੀਵਾਰ ਹੁੰਦੀ ਆ ਉਹ ਇੱਟਾਂ ਤੋਂ ਮਿਲ ਕੇ ਬਣੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਪਰਮਾਣੂਆਂ ਤੋਂ ਮਿਲ ਕੇ ਤੱਤ ਬਣਦਾ ਹੈ। ਮੈਂ ਇੱਕ ਉਦਾਹਰਨ ਲਈ ਹੈ ਬੱਚੋ ਸੋਡੀਅਮ ਦੀ। ਸੋ ਸੋਡੀਅਮ ਇੱਕ ਤੱਤ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਤੱਤ ਜੋ ਹਨ ਬੱਚਿਓ ਪੀਰੀਓਡਿਕ ਟੇਬਲ ਵਿੱਚ ਦਿੱਤੇ ਗਏ ਹਨ, ਪਰੰਤੂ 9th ਕਲਾਸ ਦੇ ਅਕੋਰਡਿੰਗ ਤੁਹਾਨੂੰ ਪਹਿਲੇ 20 ਤੱਤ ਯਾਦ ਕਰਨੇ ਬੱਚਿਓ ਬਹੁਤ ਜ਼ਰੂਰੀ ਹਨ। ਅਤੇ ਇਹਨਾਂ ਤੱਤਾਂ ਨੂੰ ਯਾਦ ਕਰਨਾ ਬਹੁਤ ਸੌਖਾ ਹੈ। ਤੱਤਾਂ ਨੂੰ ਅਸੀਂ ਐਲੀਮੈਂਟਸ ਕਹਿੰਦੇ ਹਨ, ਇਸ ਲਈ ਮੈਂ ਸਿੰਬਲਸ ਆਫ ਐਲੀਮੈਂਟਸ ਲਿਖਿਆ ਹੈ। ਅਤੇ ਫਸਟ 20 ਐਲੀਮੈਂਟਸ ਜੋ ਹਨ ਉਹ ਤੁਸੀਂ ਯਾਦ ਕਰਨੇ ਹਨ। ਅਤੇ ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਵਾਂਗੀ ਕਿ ਜਿਵੇਂ ਕਿ ਆਪਾਂ ਕਹਿ ਸਕਦੇ ਕਿ ਸਭ ਤੋਂ ਪਹਿਲਾ ਤੱਤ ਜੋ ਹੈ ਹਾਈਡਰੋਜਨ, ਫਿਰ ਦੂਸਰੇ ਨੰਬਰ 'ਤੇ ਹੀਲੀਅਮ, ਲੀਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨਿਓਨ, ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਾਨ, ਫਾਸਫੋਰਸ, ਸਲਫਰ, ਕਲੋਰੀਨ, ਆਰਗਨ, ਪੋਟਾਸ਼ੀਅਮ ਅਤੇ ਕੈਲਸ਼ੀਅਮ। ਸੋ ਇਹਨਾਂ ਦੇ ਸਿੰਬਲਸ ਬੱਚਿਓ ਬਹੁਤ ਹੀ ਤਰੀਕੇ ਨਾਲ ਮਤਲਬ ਦੱਸੇ ਗਏ ਹਨ। ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਹਾਈਡਰੋਜਨ ਦੀ ਗੱਲ ਕਰੀਏ ਕਿ ਹਾਈਡਰੋਜਨ ਜੋ ਤੱਤ ਹੈ, ਐਲੀਮੈਂਟ ਹੈ, ਹਮੇਸ਼ਾ ਅੰਗਰੇਜ਼ੀ ਦਾ ਪਹਿਲੇ ਅੱਖਰ ਦੇ ਨਾਲ ਐਲੀਮੈਂਟ ਦਾ ਸਿੰਬਲ ਦਿੱਤਾ ਜਾਂਦਾ ਹੈ। ਜਿਵੇਂ ਕਿ ਹਾਈਡਰੋਜਨ H ਤੋਂ ਸ਼ੁਰੂ ਹੁੰਦਾ ਹੈ ਤਾਂ ਕੈਪੀਟਲ H ਇਸ ਦਾ ਸਿੰਬਲ ਹੈ। ਅਤੇ ਜੇਕਰ ਦੋ ਅੱਖਰਾਂ ਵਿੱਚ ਕਿਸੇ ਤੱਤ ਦਾ ਸਿੰਬਲ ਆਉਂਦਾ ਹੈ ਤਾਂ ਪਹਿਲਾ ਅੱਖਰ ਕੈਪੀਟਲ ਅਤੇ ਦੂਜਾ ਅੱਖਰ ਜੋ ਹੈ ਉਹ ਸਮੌਲ ਪਾਇਆ ਜਾਵੇਗਾ। ਜਿਵੇਂ ਕਿ ਹੀਲੀਅਮ ਦੀ ਅਸੀਂ ਗੱਲ ਕਰ ਲਈਏ ਬੱਚੋ, ਤਾਂ ਹੀਲੀਅਮ ਦੇ ਵਿੱਚ H ਕੈਪੀਟਲ ਹੋਏਗਾ ਅਤੇ E ਜੋ ਹੈ ਉਹ ਸਮੌਲ ਹੋਏਗਾ। ਸੇਮ ਇਸੇ ਤਰ੍ਹਾਂ ਸਾਰੇ ਦਿੱਤੇ ਹੋਏ ਤੇ ਤੁਹਾਨੂੰ ਯਾਦ ਕਰਨੇ ਬਹੁਤ ਸੌਖੇ ਹੋ ਜਾਣਗੇ। ਤਾਂ ਬੱਚੋ ਤੁਸੀਂ ਫਸਟ 20 ਐਲੀਮੈਂਟਸ ਜੋ ਹੈ ਉਹ ਚੰਗੀ ਤਰ੍ਹਾਂ ਯਾਦ ਕਰ ਲੈਣੇ ਹੈ। ਇੱਕ ਵਾਰੀ ਸਕਰੀਨ 'ਤੇ ਦਿੱਤੇ ਗਏ ਹਨ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਜ਼ਰ ਮਾਰ ਸਕਦੇ ਹੋ। ਚਲੋ ਅੱਗੇ ਅਸੀਂ ਗੱਲ ਕਰਦੇ ਹਾਂ ਪਰਮਾਣੂ ਅੰਕ ਦੀ। ਪਰਮਾਣੂ ਅੰਕ ਕੀ ਹੈ? ਚਲੋ ਪਹਿਲਾਂ ਪਰਮਾਣੂ ਅੰਕਾਂ ਬਾਰੇ ਦੱਸਣ ਤੋਂ ਪਹਿਲਾਂ ਇਹਦੀ ਪਰਿਭਾਸ਼ਾ ਨੂੰ ਦੇਖ ਲੈਂਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਪਰਮਾਣੂ ਅੰਕ ਤੱਤ ਵਿੱਚ ਮੌਜੂਦ ਇਲੈਕਟ੍ਰੋਨਾਂ ਅਤੇ ਪ੍ਰੋਟੋਨਾਂ ਦੀ ਸੰਖਿਆ ਦੇ ਬਰਾਬਰ ਹੁੰਦਾ ਹੈ। ਜੋ ਇੱਕ ਪਰਮਾਣੂ ਵਿੱਚ ਜਿੰਨੀ ਸੰਖਿਆ ਇਲੈਕਟ੍ਰੋਨ ਹੈ, ਜਿਵੇਂ ਕਿ ਮੰਨ ਲਓ ਹਾਈਡਰੋਜਨ ਦੀ ਮੈਂ ਗੱਲ ਕਰਾਂ ਬੱਚਿਓ, ਤਾਂ ਹਾਈਡਰੋਜਨ ਦਾ ਜੋ ਐਟਮ ਹੈ, ਪਰਮਾਣੂ ਹੈ, ਉਸ ਵਿੱਚ ਸਿਰਫ ਇੱਕ ਇਲੈਕਟ੍ਰੋਨ ਹੁੰਦਾ ਹੈ ਅਤੇ ਇੱਕ ਹੀ ਪ੍ਰੋਟੋਨ ਹੁੰਦਾ ਹੈ। ਤਾਂ ਮੈਂ ਕਹਿ ਸਕਦੀ ਹਾਂ ਕਿ ਹਾਈਡਰੋਜਨ ਦਾ ਜੋ ਹੈ ਪਰਮਾਣੂ ਅੰਕ ਜੋ ਹੈ ਉਹ 1 ਹੋਵੇਗਾ। ਕਿੰਨਾ ਹੋਵੇਗਾ? 1 ਹੋਵੇਗਾ। ਤਾਂ ਅਸੀਂ ਤੁਹਾਡੀ ਸਕਰੀਨ 'ਤੇ ਦਿੱਤਾ ਗਿਆ ਹੈ ਬੱਚੋ, ਦੇਖੋ ਧਿਆਨ ਨਾਲ। ਹਾਈਡਰੋਜਨ 1 ਐਟੋਮਿਕ ਨੰਬਰ, ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਐਟੋਮਿਕ ਨੰਬਰ 1, ਐਟੋਮਿਕ ਨੰਬਰ 2 ਹੀਲੀਅਮ,
ਐਟੋਮਿਕ ਨੰਬਰ 3 ਲੀਥੀਅਮ। ਸੇਮ ਜਿਸ ਤਰ੍ਹਾਂ ਇਹਨਾਂ ਦੀ ਗਿਣਤੀ ਕਰਮਵਾਰ ਇਹਨਾਂ ਨੂੰ ਰੱਖਿਆ ਗਿਆ ਹੈ, ਉਸੇ ਤਰ੍ਹਾਂ ਇਹਨਾਂ ਦੇ ਪਰਮਾਣੂ ਅੰਕ ਨਿਸ਼ਚਿਤ ਕੀਤੇ ਗਏ ਹਨ। ਮਤਲਬ ਇਹਨਾਂ ਦੀ ਗਿਣਤੀ, ਇਹਨਾਂ ਨੂੰ ਸੀਕੁਐਂਸ ਵਾਈਜ਼ ਯਾਦ ਕਰਨਾ, ਮਤਲਬ ਇਹਨਾਂ ਦੇ ਐਟੋਮਿਕ ਨੰਬਰ ਵੀ ਤੁਹਾਨੂੰ ਆਪਣੇ ਆਪ ਯਾਦ ਹੋ ਜਾਣਗੇ। ਸੋ ਬੱਚਿਓ, ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਪਰਮਾਣੂ ਪੁੰਜ ਦੀ। ਸੋ ਪਰਮਾਣੂ ਪੁੰਜ ਬਾਰੇ ਜਾਣਨ ਤੋਂ ਪਹਿਲਾਂ ਆਓ ਅਸੀਂ ਪਰਮਾਣੂ ਪੁੰਜ ਦੀ ਵੀ ਪਰਿਭਾਸ਼ਾ ਦੀ ਗੱਲ ਕਰ ਲੈਂਦੇ ਹਾਂ। ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਤੱਤ ਦਾ ਸਾਪੇਖਿਕ ਪਰਮਾਣੂ ਪੁੰਜ ਜੋ ਹੈ, ਉਸਦੇ ਪਰਮਾਣੂਆਂ ਦੇ ਔਸਤਨ ਪੁੰਜ ਦਾ ਕਾਰਬਨ 12 ਪਰਮਾਣੂਆਂ ਦੇ ਪੁੰਜ ਦਾ 1/12ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਪਰਮਾਣੂ ਪੁੰਜ ਦੀ ਪਰਿਭਾਸ਼ਾ ਅਸੀਂ ਕਹਿ ਸਕਦੇ ਹਾਂ। ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਰਮਾਣੂ ਪੁੰਜ ਜੋ ਹੈ ਲਗਭਗ ਯਾਦ ਕਰਨੇ ਬਹੁਤ ਸੌਖੇ ਹੈ। ਨੀਅਰ ਅਬਾਊਟ ਲਗਭਗ ਐਟੋਮਿਕ ਨੰਬਰ ਦਾ ਡਬਲ ਹੁੰਦਾ ਹੈ। ਲਗਭਗ ਆਪਾਂ ਕਹਿ ਸਕਦੇ ਹਾਂ, ਇੱਕ ਆਸਾਨ ਤਰੀਕਾ ਹੈ ਯਾਦ ਕਰਨ ਦਾ। ਜਿਵੇਂ ਕਿ ਮੈਂ ਕਹਿ ਸਕਦੀ ਹਾਂ ਕਿ ਹਾਈਡਰੋਜਨ ਦਾ 1 ਹੁੰਦਾ, ਇਸ ਲਈ ਹਾਈਡਰੋਜਨ ਦਾ ਐਟੋਮਿਕ ਮਾਸ ਵੀ 1 ਹੈ, ਪਰਮਾਣੂ ਪੁੰਜ 1 ਹੈ। ਜਿਵੇਂ ਕਿ ਹੀਲੀਅਮ ਦਾ ਹੈ, ਤੇ ਹੀਲੀਅਮ ਦਾ ਜੋ ਪਰਮਾਣੂ ਅੰਕ ਹੈ 2 ਹੈ, ਤੇ ਪਰਮਾਣੂ ਪੁੰਜ 4 ਹੈ। ਸੋ ਇਹ ਬੱਚਿਓ ਥੋੜ੍ਹੇ ਜਿਹੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਕਰਨੇ ਆ ਤੁਸੀਂ। ਸਭ ਤੋਂ ਜ਼ਰੂਰੀ ਹੈ ਤੁਹਾਨੂੰ ਪਰਮਾਣੂ ਅੰਕ ਯਾਦ ਕਰਨਾ। ਜੇਕਰ ਤੁਹਾਨੂੰ ਪਰਮਾਣੂ ਅੰਕ ਤੇ ਤੱਤਾਂ ਦੇ ਜੋ ਹਨ ਸਿੰਬਲ ਸੰਕੇਤ ਯਾਦ ਹਨ, ਤਾਂ ਤੁਹਾਨੂੰ ਐਟੋਮਿਕ ਮਾਸ ਜੋ ਹੈ ਪਰਮਾਣੂ ਪੁੰਜ ਯਾਦ ਕਰਨਾ ਬਹੁਤ ਹੀ ਸੌਖਾ ਹੋ ਜਾਵੇਗਾ। ਸੋ ਅੱਗੇ ਅਸੀਂ ਗੱਲ ਕਰ ਸਕਦੇ ਹਾਂ ਬੱਚਿਓ। ਸੋ ਮੈਂ ਐਂਡ ਵਿੱਚ ਇੱਕ ਪਰਿਭਾਸ਼ਾ, ਇੱਕ ਡਿਟੇਲ ਦੇ ਦਿੰਦੀ ਹਾਂ ਕਿ ਪਰਮਾਣੂਆਂ ਤੋਂ ਮਿਲ ਕੇ ਤੱਤ ਬਣਦਾ ਹੈ, ਤੱਤਾਂ ਤੋਂ ਮਿਲ ਕੇ ਅਣੂ ਬਣਦਾ ਹੈ, ਤੇ ਅਣੂਆਂ ਤੋਂ ਮਿਲ ਕੇ ਅੱਗੇ ਯੌਗਿਕ ਬਣਦਾ ਹੈ। ਮੀਨਸ ਐਟਮਸ ਤੋਂ ਆਪਾਂ ਐਲੀਮੈਂਟਸ ਬਣਾਉਂਦੇ ਹਾਂ, ਐਲੀਮੈਂਟਸ ਤੋਂ ਮਿਲ ਕੇ ਜੋ ਆਪਾਂ ਕੰਪਾਊਂਡ ਬਣਾਉਂਦੇ ਹਾਂ, ਠੀਕ ਹੈ, ਕੰਪਾਊਂਡ ਕਹਿ ਸਕਦੇ ਹਾਂ। ਕੰਪਾਊਂਡ ਤੋਂ ਅੱਗੇ ਆਪਾਂ ਮਿਕਸਚਰ ਵੀ ਬਣਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਮਤਲਬ ਇਹਨਾਂ ਦੀ ਕਲਾਸੀਫਿਕੇਸ਼ਨ ਜੋ ਹੈ ਉਹ ਕਰ ਸਕਦੇ ਹਾਂ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਬੱਚਿਓ ਕਿ ਪਰਮਾਣੂ ਤੋਂ ਅਣੂ ਕਿਵੇਂ ਬਣਦਾ ਹੈ। ਜਿਵੇਂ ਤੁਹਾਨੂੰ ਡਾਲਟਨ ਦੀ ਥਿਊਰੀ ਵਿੱਚ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਬੱਚਿਓ ਕਿ ਇੱਕੋ ਤਰ੍ਹਾਂ ਦੇ ਪਰਮਾਣੂ ਜੋ ਹਨ ਜਦੋਂ ਇਕੱਠੇ ਹੁੰਦੇ ਹਨ ਤਾਂ ਉਹ ਇੱਕ ਫਿਰ ਅਣੂ ਬਣਾ ਦਿੰਦੇ ਹਨ। ਮੈਂ ਤੁਹਾਨੂੰ ਬੱਚਿਓ ਪਹਿਲਾਂ ਵੀ ਐਕਸਪਲੇਨ ਕੀਤਾ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਸਕਰੀਨ 'ਤੇ ਲਈ ਹੈ ਕਿ 2 ਮੈਂ ਹਾਈਡਰੋਜਨ ਦੇ ਐਟਮਸ ਲਏ ਹਨ। ਇੱਕ ਪਹਿਲਾਂ ਮੈਂ ਹੀਲੀਅਮ ਲਿਆ ਹੈ, ਹੀਲੀਅਮ ਦਾ ਸਿਰਫ ਇੱਕ ਹੀ ਐਟਮ ਹੈ, ਇੱਕ ਐਟਮ ਹੈ। ਤੇ ਉਸ ਤੋਂ ਨੈਕਸਟ ਮੈਂ ਹਾਈਡਰੋਜਨ ਦੇ 2 ਐਟਮ ਲਏ ਹਨ। 2 ਐਟਮਾਂ ਨੂੰ ਜਦ ਮੈਂ ਹਾਈਡਰੋਜਨ ਪਲੱਸ ਹਾਈਡਰੋਜਨ ਕਰ ਦੇਵਾਂਗੀ ਤਾਂ ਮੇਰੇ ਕੋਲ H2 ਮਤਲਬ ਹਾਈਡਰੋਜਨ ਦਾ ਮੋਲੀਕਿਊਲ ਅਣੂ ਆ ਜਾਵੇਗਾ। ਮਤਲਬ ਪਰਮਾਣੂਆਂ ਤੋਂ ਮਿਲ ਕੇ ਅਣੂ ਬਣ ਜਾਵੇਗਾ। ਇੱਕੋ ਤਰ੍ਹਾਂ ਦੇ ਪਰਮਾਣੂਆਂ ਤੋਂ ਮਿਲ ਕੇ ਅਣੂ ਬਣਿਆ ਹੈ, ਹਾਈਡਰੋਜਨ ਪਲੱਸ ਹਾਈਡਰੋਜਨ H2 ਅਣੂ ਬਣ ਗਿਆ। ਤੇ ਜਦੋਂ ਮੈਂ ਅਲੱਗ-ਅਲੱਗ ਤਰ੍ਹਾਂ ਦੇ ਐਟਮਸ ਨੂੰ, ਪਰਮਾਣੂਆਂ ਨੂੰ ਮਿਲਾਵਾਂਗੀ ਤਾਂ ਉਹ ਕੰਪਾਊਂਡ ਬਣ ਜਾਵੇਗਾ, ਯੌਗਿਕ ਬਣ ਜਾਵੇਗਾ। ਮਤਲਬ 2 ਮੈਂ H ਦੇ ਲਏ, ਜਿਵੇਂ ਕਿ ਪਿੱਛੇ ਡਾਲਟਨ ਦੀ ਥਿਊਰੀ ਵਿੱਚ ਐਕਸਪਲੇਨ ਕੀਤਾ ਸੀ ਵਾਟਰ ਬਾਰੇ ਕਿ 2 ਅਸੀਂ ਹਾਈਡਰੋਜਨ ਲਏ ਤੇ 1 ਆਕਸੀਜਨ ਲਿਆ, ਤੇ ਜਦੋਂ ਅਸੀਂ ਇਸ ਨੂੰ ਕੰਬਾਈਨ ਕਰਾਂਗੇ ਤਾਂ ਸਾਡੇ ਕੋਲ H2O ਆ ਜਾਵੇਗਾ ਜੋ ਕਿ ਇੱਕ ਕੰਪਾਊਂਡ ਹੈ। ਸੋ ਇਸ ਤਰ੍ਹਾਂ ਛੋਟੇ ਕਣ ਤੋਂ ਲੈ ਕੇ ਵੱਡੇ ਕਣ ਤੱਕ ਐਟਮ ਤੋਂ ਮਿਲ ਕੇ ਮੋਲੀਕਿਊਲ ਬਣਿਆ, ਮੋਲੀਕਿਊਲਸ ਅੱਗੇ ਮਿਲ ਕੇ ਕੰਪਾਊਂਡ ਬਣਿਆ। ਕਿਸ ਤਰ੍ਹਾਂ ਬਣਿਆ ਬੱਚੋ, ਇਹ ਸਾਰਾ ਹੀ ਤੁਹਾਨੂੰ ਐਕਸਪਲੇਨ ਕੀਤਾ। ਮੈਨੂੰ ਆਸ ਹੈ ਕਿ ਤੁਸੀਂ ਇਹ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਅੱਗੇ ਹੋਰ ਅਸੀਂ ਅਣੂ ਬਾਰੇ ਜਾਣਕਾਰੀ ਕੁਝ ਐਗਜ਼ਾਮਪਲਸ ਲੈ ਕੇ ਮੈਂ ਤੁਹਾਨੂੰ ਐਕਸਪਲੇਨ ਕਰਾਂਗੀ। ਅਣੂ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਤੱਤਾਂ ਤੋਂ ਮਿਲ ਕੇ ਅਣੂ ਬਣਦਾ ਹੈ। ਹੁਣ ਤੱਤਾਂ ਤੋਂ ਮਿਲ ਕੇ ਅਣੂ ਬਣਦਾ ਹੈ। ਤੱਤ ਜੋ ਹਨ ਬਟ ਉਹ ਅਣੂ ਬਣਾਉਣ ਲਈ ਤੱਤ ਜੋ ਹਨ ਉਹ ਇੱਕੋ ਜਿਹੇ ਹੋਣੇ ਚਾਹੀਦੇ। ਜਿੱਦਾਂ ਹੀਲੀਅਮ ਇੱਕ ਸਿੰਗਲ ਤੱਤ ਲਿਆ ਹੋਇਆ ਹੈ, ਉਸ ਤੋਂ ਅੱਗੇ H2 ਪਹਿਲਾਂ ਵੀ ਗੱਲ ਕੀਤੀ ਹੈ, ਹਾਈਡਰੋਜਨ ਨੂੰ ਹਾਈਡਰੋਜਨ ਨਾਲ ਕੰਬਾਈਨ ਕੀਤਾ ਤਾਂ H2 ਅਣੂ ਬਣ ਗਿਆ। ਉਹਦੇ ਤੱਤ ਨਾਲ O ਨੂੰ ਕੰਬਾਈਨ ਕੀਤਾ ਤਾਂ O2 ਆਕਸੀਜਨ ਦਾ ਅਣੂ ਬਣ ਗਿਆ, ਇੱਕ ਅਣੂ। 2 ਕਲੋਰੀਨ ਦੇ ਤੱਤ ਲਏ, ਦੋਨਾਂ ਨੂੰ ਮਿਲਾਇਆ ਤਾਂ ਕਲੋਰੀਨ ਦਾ ਅਣੂ ਬਣ ਗਿਆ। ਇਸੇ ਤਰ੍ਹਾਂ ਹੀ ਸਲਫਰ ਜੋ ਹੈ, ਸਲਫਰ ਦਾ ਜੋ ਅਣੂ ਹੈ ਉਹ S8 ਵਿੱਚ ਐਗਜ਼ਿਸਟ ਕਰਦਾ ਹੈ। S8 8 ਸਲਫਰ ਦੇ ਅਣੂਆਂ ਨੂੰ ਕੰਬਾਈਨ ਕਰਨ ਤੋਂ ਬਾਅਦ ਸਲਫਰ ਬਣਦਾ ਹੈ। ਉਸ ਤੋਂ ਅੱਗੇ ਜਿਵੇਂ ਕਿ ਤੁਹਾਨੂੰ ਇੱਕ ਸਟਰਕਚਰ ਦਿਖਾਈ ਗਈ ਹੈ ਤੱਤਾਂ ਤੋਂ ਅਣੂ ਕਿਵੇਂ ਕੰਬਾਈਨ ਹੁੰਦਾ ਹੈ। ਤੇ ਅੱਗੇ ਅਸੀਂ ਗੱਲ ਕਰਦੇ ਹਾਂ ਬੱਚੋ ਯੌਗਿਕਾਂ, ਅਣੂਆਂ ਤੋਂ ਯੌਗਿਕ ਮਤਲਬ ਕਿ ਰੇਸ਼ੋ ਇੱਕ ਪਹਿਲਾਂ ਡਾਲਟਨ ਦੀ ਥਿਊਰੀ ਵਿੱਚ ਵੀ ਕੰਬਾਈਨ ਕੀਤਾ ਸੀਗਾ ਬੱਚੋ। ਤੇ ਜਿਵੇਂ ਕਿ ਪਾਣੀ ਕਿਵੇਂ ਬਣਿਆ, 2 ਹਾਈਡਰੋਜਨ ਦੇ
अणु ते एक ऑक्सीजन का अणु। ठीक है जी, तो ये पानी बन गया। तो अमोनीया बनाउण विच, अमोनीया का यौगिक बनाउण विच एक नाइट्रोजन लिया गया तो हाइड्रोजन 3 लिए गए। इस तरह ही CO2 कार्बन डाइऑक्साइड गैस के नाम नाल असीं जिहनूं जाणदे हां, अग बुझाऊ यंत्र विच वरती जाती है। एक कार्बन 2 ऑक्सीजन। इस तरह CH4 मीथेन कह सकते हाँ। तो एक कार्बन तो 4 हाइड्रोजन। ये कुछ एग्जाम्पल सी बच्चों। अगे मैं गल करती हाँ आयनस बारे। हुण आयनस की हैं? एक नवी टर्म आई है इस दे विच बच्चों, बिल्कुल परमाणु दे नाल ही जुड़ी हुई है। जिमें कि मैं तुहानूं दस्सिया शुरू विच कि परमाणु की स्ट्रक्चर की सी। परमाणु के सेंटर केंद्र भाग विच प्रोटॉन्स ते न्यूट्रॉन रहिंदे हन ते आले दुआले कौन घूमते हैं? इलैक्ट्रॉन्स। ते इलैक्ट्रॉन्स ते माइनस का चार्ज हुंदा है। सो वो जो चार्ज हैं, मतलब चार्जित कणां नूं आयनस कहंदे हन। चार्जित कणां नूं आयनस कहंदे हन। आयनस दो तरह के हुंदे हन, नैगेटिव माइनस आयनस ते पॉजिटिव आयनस। इस बारे डिटेल विच मैं तुहानूं अगे दस्सांगी बच्चों, देखो ध्यान नाल। सब तो पहला गल करते हाँ नैगेटिव आयन। ये आयन बनते किवें हन? जिमें कि मैं क्लोरीन का एटम की गल करती हाँ। क्लोरीन का परमाणु लै लिया मैं जदों, तो क्लोरीन जो है उसके इलैक्ट्रॉन्स, पहली गल है कि मैं दस्सिया सी कि शैल्स विच घूमते हैं, बाहरी भाग विच घूमते हैं। तो इलैक्ट्रॉन एक कन्फिगरेशन तुहानूं याद करनी पवेगी। ये सीधा संबंध है परमाणु अंक नाल। बच्चों जेकर तुहानूं परमाणु अंक याद है तो तुसी आयनस किस ते किद्दां दा आयन होएगा तुसी आसानी नाल जानकारी हासिल कर सकते हो। तो जिमें कि क्लोरीन है, क्लोरीन हुंदा है 17। इसका अटोमिक नंबर मतलब कि परमाणु अंक 17 है। तो इसके पहले शैल विच असीं 2 इलैक्ट्रॉन पा दिते, उस तो बाहर वाले शैल विच असीं 8 इलैक्ट्रॉन पा दिते, तो उसके तीसरे नंबर वाले शैल विच रह गए 2 + 8 10 + 7 17, तां बनणगे 17। मतलब बाहरी शैल विच साडे कोल जो 7 इलैक्ट्रॉन रह गए, तो उसनूं अपना बाहरी शैल विच हमेशा 8 होने चाहिए हैं, तो उसनूं होर किन्नियां दी जरूरत है? 1 दी। मतलब 1 इलैक्ट्रॉन की उसनूं जरूरत है। वो इलैक्ट्रॉन की जो जरूरत है असीं उसनूं नैगेटिव चार्ज दे दिता उपर। मतलब असीं 8 पूरे भी कर दिते, 1 इलैक्ट्रॉन होर पा भी दिता आउटरमोस्ट शैल विच, जिवें कि तुसीं स्क्रीन ते देख सकते हो। तो Cl नैगेटिव आयन बन गया है। मतलब ये क्लोरीन का आयन बन जाता है। इसी तरह पॉजिटिव आयन की गल करते हैं, सोडियम की एग्जाम्पल लेंदे हैं। सोडियम जो है 11 हुंदा है। तो पहले शैल विच 2 इलैक्ट्रॉन आ गए, तो उस तो बाहर वाले विच किन्ने आ गए? 8। 8 तो 2 10। तो लास्ट वाले विच तीजे शैल विच किन्ना रह गया? 1। हुण बच्चों एक चीज़ गवाणी सौखी है कि 7 लैने सौखे है? बिल्कुल एक गवाणी सौखी है। सोडियम क्या करेगा? अपना एक छड्ड देवेगा, बाहरी वाला एक कल्ला की करना उसने। तो जदों अपना एक इलैक्ट्रॉन छड्डेगा तो उसका तीसरा शैल खत्म हो गया, तो सिर्फ 2 शैल्स विच पूरे इलैक्ट्रॉन हो गए, तो इस करके वो सोडियम Na पॉजिटिव आयन आ जाएगा। इस तरह बच्चों एलीमेंट्स दे जो हैं वो आयन बन जाते हैं। सो थैंक यू बच्चों। मैनूं आस है कि तुहानूं ये अणु अते परमाणु का जो पाठ है बहुत चंगी तरह समझ आ गया होगा। थैंक यू।